ਜਿਹੜੇ ਵੱਡੇ ਵੱਡੇ ਅਫਸਰਾਂ ਦੇ ਟੇਬਲਾਂ ਤੇ ਲੱਗਿਆ ਹੁੰਦਾ ਇਹ ਉਹ ਟੇਬਲ ਫਲੈਗ ਬਣ ਰਹੇ ਹੈਗੇ ਆ। ਲੰਕਨ ਨੇਵੀ ਦਾ ਸਾਰੇ ਬੈਜਿਸ ਉਰੇ ਬਣਦੇ ਨੇ। ਨੇਵੀ ਦਾ ਤੇ ਪੁਲਿਸ ਦਾ ਸਾਰਾ ਇੱਥੇ ਬਣਦਾ ਜੀ। ਮਲੇਸ਼ੀਆ ਪੁਲਿਸ ਦਾ ਇਹ ਵੀ ਮਲੇਸ਼ੀਆ ਪੁਲਿਸ ਦਾ ਤੇ ਇਹ ਜਿਹੜੀ ਕੁਵੈਤ ਦੀ ਬਾਦਸ਼ਾਹੀ ਸਿਕਿਉਰਿਟੀ ਹੈ ਨੈਸ਼ਨਲ ਗਾਰਡ ਉਹਦਾ ਬੈਜ ਹੈ। ਇਹ ਕੁਵੈਤ ਦੀ ਪੁਲਿਸ ਦਾ ਬੈਜ ਹੈ। ਚੀਜ਼ ਦਾ ਡਿਜ਼ਾਈਨ ਬਣ ਰਿਹਾ ਜਾਂ ਕਿਸ ਚੀਜ਼ ਦਾ ਬੈਜ ਬਣ ਰਿਹਾ? ਇਹ 에ਅਰ ਫੋਰਸ ਦਾ ਡਿਜ਼ਾਈਨ ਹੈ ਜੀ। ਬੈਜ ਆਪਣੇ ਪਾਕਟ ਤੇ ਲੱਗਦਾ ਹੈ। ਬਰੀਕੀ ਵਾਲਾ ਕੰਮ ਹੈ ਇਹ। ਕਾਫੀ 3.5 ਘੰਟੇ ਲੱਗ ਜਾਂਦੇ ਨੇ ਬੈਜ ਨੂੰ। ਆਰਮੀ ਹੈ ਜਾਂ ਜਿਹੜਾ ਵਾਯੂ ਸੈਨਾ ਹੈ 에ਅਰ ਫੋਰਸ ਹੈ ਉਹ ਪ੍ਰੈਫਰ ਕਰਦੇ ਆ ਵੀ ਇਹ ਹੱਥ ਨਾਲ ਬਣਾਇਆ ਜਾਵੇ, ਕੰਪਿਊਟਰ ਵਾਲਾ ਉਹ ਪ੍ਰੈਫਰ ਨਹੀਂ ਕਰਦੇ। ਇਹਦਾ ਖਾਸ ਕਾਰਨ ਕੀ ਹੈ? ਖਾਸ ਕਾਰਨ ਇਹ ਹੈ ਵੀ ਇਹ 'ਚ ਜੋ ਫਿਨਿਸ਼ਿੰਗ ਆਉਂਦੀ ਹੈ ਉਹ 'ਚ ਨਹੀਂ ਆਉਂਦੀ ਹੱਥ ਉਹ 'ਚ ਕੰਪਿਊਟਰ ਦੀ ਮਸ਼ੀਨਾਂ 'ਚ ਹੱਥ ਨਾਲ ਜੋ ਅਲੱਗ ਚੀਜ਼ ਹੁੰਦੀ ਹੈ। ਇਹ ਜੀ ਇੰਡੀਅਨ ਨੇਵੀ ਦੀ ਹੈ, ਇਹ ਕੁਵੈਤ ਦੀ ਹੈ, ਇਹ ਕੋਰੀਆ ਦੀ ਹੈ, ਉਹ ਸ੍ਰੀਲੰਕਾ ਦੀ ਹੈ। ਉੱਪਰ ਫਲੈਗ ਲੱਗੇ ਨੇ ਸਾਰੇ ਇੰਡੀਅਨ 에ਅਰ ਫੋਰਸ ਦੇ ਫਲੈਗ ਨੇ। ਯੂਐਨਓ ਦਾ ਵੀ ਪਿਆ ਹੈਗਾ। ਯੂਐਨਓ ਦੇ ਵੀ ਇੱਥੇ ਬਣਦੇ ਆ। ਹਾਂਜੀ, ਇਹ ਯੂਐਨਓ ਦੇ ਵੀ ਜਿਸ ਤਰ੍ਹਾਂ ਕਿ ਆਪਣੀ ਇੰਡੀਅਨ ਫੋਰਸਾਂ ਜਾਂਦੀਆਂ ਨੇ ਯੂਐਨਓ ਨਾਲ ਮੀਟਿੰਗ ਹੁੰਦੀ ਹੈ, ਇੱਕ ਟੇਬਲ ਫਲੈਗ ਹੈ। मैं स्कूल टाइम 'ਚ ਇਹ ਕੰਮ ਸਿੱਖ ਗਿਆ था। सीखने के बाद फिर मतलब खुद करता रहे, फिर लेबर तो ही कराना रहे हैं और खुद एक्सपोर्ट भी करता रहे। ਤੁਸੀਂ ਸੁਰਤ ਸੰਭਾਲੀ ਤੇ ਕੰਮ ਸਿੱਖਣਾ ਸ਼ੁਰੂ ਕੀਤਾ ਉਦੋਂ ਕਿਹੜੇ ਕਿਹੜੇ ਥਾਵਾਂ ਤੋਂ ਆਰਡਰ ਆਉਂਦੇ ਹੁੰਦੇ ਸੀ? ਤੇ ਇੰਗਲੈਂਡ ਤੋਂ ਮਤਲਬ ਵੀ ਇੱਕ ਆਰਡਰ ਆਇਆ ਸੀਗਾ ਸਕੂਲ ਦਾ, ਤਾਂ ਉਹ ਸਪਲਾਈ ਕੀਤਾ ਸੀ। ਇੰਡੀਅਨ ਆਰਮੀ 에ਅਰ ਫੋਰਸ ਜਾਂ ਤੁਸੀਂ ਲਾ ਲਓ ਬਾਹਰਲੀ ਜਿਹੜੀਆਂ ਯੂਨੀਫਾਰਮ ਵਾਲੇ ਹੈਗੇ ਆ ਉਹ ਕਦੋਂ ਤੋਂ ਆਉਣਾ ਸ਼ੁਰੂ ਹੋਇਆ? ਸਾਡੇ 90 ਦੌਰ ਦੇ ਬਾਅਦ ਤਾਂ ਤਕਰੀਬਨ ਮੈਨੇ 20 ਸਾਲ ਟੈਂਡਰ ਮੇਰੇ ਪਾਸ ਹੁੰਦਾ ਰਿਹਾ। ਇਹਦਾ ਟ੍ਰੇਸਿੰਗ ਮੈਂ ਇਹਨੂੰ ਕਰਦਾ ਥਾ ਪੈਨਸਲ ਨਾਲ, ਲੱਕੜੀ ਦੀ ਪੈਨਸਲ ਨਾਲ ट्रेसिंग करके ना फिर सुई मारनी, खाका बनाना, छापना, छाप के बनाना, तो एक रेट बनता था। ਇਹ ਕਿਸ ਚੀਜ਼ ਦਾ? ਸਾਊਦੀ ਅਰਬ ਗਵਰਨਮੈਂਟ ਦਾ? ਇਹ ਕਿਸ ਚੀਜ਼ ਦਾ ਉੱਥੇ ਪੁਲਿਸ ਦਾ ਜਾਂ ਆਰਮੀ ਦਾ? ਜਿਹੜੀ ਸਿਕਿਉਰਿਟੀ ਲੱਗਦੀ ਹੈ ਉਹਦੇ ਵਾਸਤੇ ਹੈ। ਇਹ ਉੱਥੇ ਦੇ ਬਾਦਸ਼ਾਹ ਨੇ, ਪ੍ਰਿੰਸ, ਕਰਾਊਨ ਪ੍ਰਿੰਸ ਨੇ, ਉਹਨਾਂ ਦੀ ਸਿਕਿਉਰਿਟੀ ਦੇ ਉੱਤੇ ਲੱਗਦਾ ਹੈ। ਹਾਂਜੀ ਹਾਂ, ਉਹਨਾਂ ਦਾ ਹੈ। ਇਸ ਸਮੇਂ ਅਸੀਂ ਮੌਜੂਦ ਹਾਂ ਉਸ ਜਗ੍ਹਾ ਤੇ ਜਿੱਥੇ ਦੁਨੀਆ ਦੇ ਸਭ ਤੋਂ ਪ੍ਰਸਿੱਧ ਯੂਨੀਵਰਸਿਟੀਆਂ, ਸਕੂਲਾਂ ਦੇ ਬੈਜਿਸ ਬਣਦੇ ਰਹੇ ਨੇ। ਯੂਨੀਵਰਸਿਟੀਆਂ ਤੋਂ ਭਾਵ ਸਭ ਤੋਂ ਵੱਡੀ ਪ੍ਰਸਿੱਧ ਯੂਨੀਵਰਸਿਟੀ ਆਕਸਫੋਰਡ, ਕੈਂਬਰਿਜ ਦੇ। ਆਕਸਫੋਰਡ, ਕੈਂਬਰਿਜ ਪੜ੍ਹਨਾ ਇੱਕ ਆਪਣੇ ਆਪ 'ਚ ਬਹੁਤ ਵੱਡੀ ਪ੍ਰਾਪਤੀ ਹੈ। ਅਤੇ ਹੁਣ ਇੱਥੇ ਜਿਹੜੀਆਂ ਆਰਮਡ ਫੋਰਸਿਸ ਨੇ, ਇੰਡੀਅਨ 에ਅਰ ਫੋਰਸ ਹੈ, ਉਹਨਾਂ ਦੇ ਬੈਜਿਸ ਬਣਦੇ ਨੇ। ਸਾਡੇ ਨਾਲ ਮੌਜੂਦ ਨੇ ਤਾਹਿਰ ਜੀ, ਤਾਹਿਰ ਰਾਣਾ ਜੀ। ਅਸੀਂ ਹੈਗੇ ਹਾਂ ਮਲੇਰਕੋਟਲੇ 'ਚ। ਇੱਥੇ ਇਹਨਾਂ ਦੀ ਦੁਕਾਨ ਹੈ। ਇਹਨਾਂ ਤੋਂ ਪੁੱਛਦੇ ਹਾਂ ਵੀ ਇਹ ਕਿਹੜੀ ਕੰਟਰੀਜ਼ ਨੂੰ ਆਪਣੇ ਜਿਹੜੇ ਬੈਜਿਸ ਹੈ, ਯੂਨੀਫਾਰਮ ਦੇ ਬੈਜਿਸ ਹੈ, ਐਕਸਪੋਰਟ ਕਰਦੇ ਆ। ਤਾਹਿਰ ਜੀ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ। ਤਾਹਿਰ ਜੀ, ਤੁਸੀਂ ਯੂਨੀਫਾਰਮ ਐਕਸੈਸਰੀਜ਼ ਦਾ ਕੰਮ ਕਰਦੇ ਹੈਗੇ ਹੋ, ਅਤੇ ਇੰਡੀਅਨ 에ਅਰ ਫੋਰਸ ਤੇ ਇੰਡੀਅਨ ਆਰਮੀ ਤੋਂ ਇਲਾਵਾ ਹੋਰ ਕਿਹਦਾ ਕੰਮ ਇੱਥੇ ਬੈਜਿਸ ਬਣਦੇ ਆ? ਅਸੀਂ ਬਾਹਰ ਕੰਟਰੀਆਂ ਵੀ ਕਰਦੇ ਹਾਂ, ਅਸੀਂ ਮਲੇਸ਼ੀਆ ਵੀ ਕਰਦੇ ਹਾਂ, ਕੁਵੈਤ ਵੀ ਕਰਦੇ ਹਾਂ, ਬਾਕੀ ਕਈ ਇਨਡਾਇਰੈਕਟ ਵੀ ਕਰਦੇ ਹਾਂ। ਜਿਹੜੇ ਲੋਕਲ ਇੰਡੀਅਨ ਐਕਸਪੋਰਟਰ ਨੇ ਉਹਨਾਂ ਦੇ ਵੀ ਕਰਦੇ ਹਾਂ ਅਸੀਂ ਕੰਮ। ਕਈ ਅਸੀਂ ਡਾਇਰੈਕਟ ਐਕਸਪੋਰਟ ਕਰਦੇ ਹਾਂ। ਅਤੇ ਉਹਦੇ ਵਿੱਚ ਜਿਸ ਤਰ੍ਹਾਂ ਕਿ ਕੋਰੀਆ ਹੋਈ, ਸਾਊਥ ਕੋਰੀਆ ਹੋਈ, ਮਲੇਸ਼ੀਆ ਹੋਈ, ਨਾਈਜੀਰੀਆ ਹੋਈ, ਸ਼੍ਰੀਲੰਕਾ ਹੋਈ। ਅਤੇ ਪਹਿਲਾਂ ਇਹ ਵੀ ਮਰੀਨ ਕਾਰਪਸ ਦਾ ਵੀ ਬੰਦਾ ਹੁੰਦਾ ਤਾ ਕਿਸੇ ਟਾਈਮ, ਲੇਕਿਨ ਕਾਰਪਸ ਤਾਂ ਅਮਰੀਕਾ ਦਾ ਨਾ, ਅਮਰੀਕਾ ਦਾ ਬੈਜ ਬੰਦ ਹੁੰਦਾ। ਅਮਰੀਕਾ ਦਾ ਇਹ ਵੀ ਕਿਸੇ ਐਕਸਪੋਰਟਰ ਦੇ ਥਰੂ ਕਰ ਦਿੰਦੇ ਤੇ, ਲੇਕਿਨ ਹੁਣ ਨਹੀਂ, ਇਹਨਾਂ ਦਾ ਕੰਮ ਆ ਰਿਹਾ ਬਹੁਤ ਦੇਰ ਤੋਂ, ਹੁਣ ਬੰਦ ਹੋਇਆ। ਹੁਣ ਪਤਾ ਨਹੀਂ ਕਿੱਥੋਂ ਆਇਆ, ਸ਼ਾਇਦ ਬਣਵਾ ਰਹੇ ਨੇ। ਅਤੇ ਇਹ ਮਲੇਸ਼ੀਆ ਦਾ ਹੋਇਆ, ਇਹ ਕੋਰੀਆ ਕੋਸਟ ਗਾਰਡ ਦਾ। ਇਹ ਕਿਸ ਚੀਜ਼ ਦੇ ਬੈਜ ਨੇ, ਜੇ ਦੱਸਿਆ ਜਾਵੇ ਜਿਹੜਾ ਆਹ ਵਾਲਾ ਬੈਜ ਹੈ ਇਹ ਕਿਸ ਚੀਜ਼ ਦਾ ਬੈਜ ਹੈ? ਇਹ ਉਹਦਾ ਆਪਣੇ ਕੋਰੀਆ ਕੋਸਟ ਗਾਰਡ ਦਾ ਬੈਜ ਹੈ। ਇਹ ਵਾਲਾ ਇਹ ਕੋਰੀਆ ਕੋਸਟ ਗਾਰਡ ਦਾ ਬੈਜ ਹੈ। ਉੱਥੇ ਦੀ ਕੋਸਟ ਗਾਰਡ ਹੈ ਜਿਹੜੀ ਸਾਊਥ ਕੋਰੀਆ ਜੀ, ਸਾਊਥ ਕੋਰੀਆ। ਅਤੇ ਇਹ ਉੱਥੇ ਦੀ ਪੈਰੀਜ਼ਨ ਦਾ ਬੈਜ ਹੈ, ਕੋਰੀਆ ਦੀ। ਅਤੇ ਇਹ ਉੱਥੇ ਦੀ ਪੁਲਿਸ ਦਾ ਬੈਜ ਹੈ, ਕੋਰੀਆ ਪੁਲਿਸ ਦੀ ਬੈਜ। ਇਹ ਮਲੇਸ਼ੀਆ ਪੁਲਿਸ ਦਾ ਹੈ, ਇਹ ਵੀ ਮਲੇਸ਼ੀਆ ਪੁਲਿਸ ਦਾ ਹੈ। ਅਤੇ ਇਹ ਜਿਹੜੀ ਕੁਵੈਤ ਦੀ ਬਾਦਸ਼ਾਹੀ ਸਿਕਿਉਰਿਟੀ ਹੈ ਨੈਸ਼ਨਲ ਗਾਰਡ, ਉਹਦਾ ਬੈਜ ਹੈ। ਇਹ ਕੁਵੈਤ ਦੀ ਪੁਲਿਸ ਦਾ ਬੈਜ ਹੈ। ਇਹ ਕਦੋਂ ਤੋਂ ਇਹ ਜਿਹੜਾ ਸਾਰੇ ਬੈਜਿਸ ਨੇ ਜਾਂ ਯੂਨੀਫਾਰਮ ਐਕਸੈਸਰੀਜ਼ ਦਾ ਕੰਮ ਕਰੋ, ਕਦੋਂ ਤੋਂ ਇਹ ਤੁਹਾਡੇ ਕੋਲੇ ਚੱਲ ਰਿਹਾ ਹੈਗਾ? ਕਦੋਂ ਤੋਂ ਤੁਸੀਂ ਇਸ ਲਾਈਨ 'ਚੋਂ? ਮੈਨੂੰ ਹੋ ਗਈ ਤਕਰੀਬਨ 92 ਦਾ, 30 ਸਾਲ ਦਾ ਹੋ ਗਿਆ। ਉਸ ਤੋਂ ਪਹਿਲਾਂ ਸਾਡੇ ਬਾਬੂ ਜੀ ਬੈਠੇ ਨੇ, ਇਹ ਕਰ ਦਿੰਦੇ ਸੀ ਥੋੜ੍ਹਾ ਕੈਮਰਾ। ਹਾਂਜੀ ਹਾਂ, ਉਹ ਬਾਬੂ ਜੀ ਨੇ ਉਹ ਕਰ ਦਿੰਦੇ ਸੀਗੇ।
ਤੇ ਮੈਨੂੰ ਹੋ ਗਏ ਤਕਰੀਬਨ 30 ਸਾਲ 92 ਤੋਂ ਕਰ ਰਿਹਾ ਮੈਂ। ਕਿ ਇਹ ਫੈਮਿਲੀ ਬਿਜ਼ਨਸ ਹੈ, ਪੀੜ੍ਹੀ ਦਰ ਪੀੜ੍ਹੀ ਇਹ ਪਾਸ ਆਨ ਹੋ ਰਿਹਾ। ਹਾਂਜੀ ਹਾਂ। ਤੇ ਪਹਿਲਾਂ ਜਿਵੇਂ ਯੂਨੀਵਰਸਿਟੀ ਕਾਲਜਾਂ ਸਕੂਲਾਂ ਦੇ ਵੀ ਕਰ ਦਿੰਦੇ ਸੀ ਇੰਗਲੈਂਡ ਦੇ ਜਾਂ ਹੋਰ ਪ੍ਰਸਿੱਧ? ਹਾਂਜੀ ਉਹ ਵੀ ਕਰ ਦਿੰਦੇ, ਉਹ ਕਿਸੇ ਥਰੂ ਕਰ ਦਿੰਦੇ ਅਦਰ ਐਕਸਪੋਰਟਰਾਂ ਦੇ ਥਰੂ, ਉਹ ਡਾਇਰੈਕਟ ਨਹੀਂ ਹੁੰਦਾ ਸਾਡੇ ਕੋਲੇ। ਇਹ ਕਦੋਂ ਦੀ ਗੱਲ ਹੋਊਗੀ? ਇਹ ਤਾਂ ਬਹੁਤ ਪੁਰਾਣੀ 90 ਤੋਂ ਲਗਭਗ ਦੀ ਗੱਲ ਹੈ ਇਹ। ਤੇ ਹੁਣ ਇਹ ਜਿਹੜਾ ਆਪਣਾ ਡਾਇਰੈਕਟ ਤੁਸੀਂ ਇਹ ਸਾਰਾ ਸਪਲਾਈ ਡਾਇਰੈਕਟ ਕਰਦੇ ਹੋ ਬਾਹਰ ਐਕਸਪੋਰਟ? ਡਾਇਰੈਕਟ ਸਿਰਫ ਮਲੇਸ਼ੀਆ ਤੇ ਕੁਵੈਤ 2 ਕੰਟਰੀ ਕਰਦੇ ਆ। ਉਸ ਤੋਂ ਪਹਿਲਾਂ ਰਵਾਂਡਾ ਕਰਦੇ ਸੀਗੇ, ਰਵਾਂਡਾ ਦੀ ਕੰਟਰੀ। ਤੇ ਹੁਣ ਬਾਕੀ ਇਨਡਾਇਰੈਕਟ ਐਕਸਪੋਰਟਰ ਦਾ ਬਹੁਤ ਕੰਮ ਚੱਲਦਾ ਸਾਡੇ ਕੋਲੇ, ਜਿਸ ਤਰ੍ਹਾਂ ਕਿ ਇਹ ਤੰਜਾਨੀਆ ਦਾ ਹੋਇਆ, ਇਹ ਵੀ ਚੱਲ ਰਿਹਾ। ਇੱਕ ਸ਼੍ਰੀਲੰਕਾ ਦਾ ਪਿਆ ਉਰੇ। ਹਾਂਜੀ ਇਹ ਸ਼੍ਰੀਲੰਕਾ ਦਾ ਹੈ। ਇਹ ਸ਼੍ਰੀਲੰਕਾ ਪੁਲਿਸ ਦਾ ਹੈ, ਆਰਮੀ ਦਾ, ਕਿਹਦਾ ਹੈ? ਇਹ ਨੇਵੀ ਦਾ ਜੀ, ਸ਼੍ਰੀਲੰਕਾ ਨੇਵੀ ਦਾ। ਸ਼੍ਰੀਲੰਕਨ ਨੇਵੀ ਦਾ ਸਾਰੇ ਬੈਜਿਸ ਉਰੇ ਬਣਦੇ ਨੇ? ਹਾਂਜੀ ਹਾਂ, ਨੇਵੀ ਦਾ ਤੇ ਪੁਲਿਸ ਦਾ ਸਾਰਾ ਇੱਥੇ ਬਣਦਾ। ਤੇ ਇਹ ਕੀਨੀਆ ਪੁਲਿਸ ਦਾ, ਸੌਰੀ ਕੀਨੀਆ 에ਅਰਫੋਰਸ ਦਾ। ਤੇ ਕਿੰਨੇ ਟਾਈਮ ਬਾਅਦ ਆਰਡਰ ਆਉਂਦੇ ਆ ਕਿ ਕੀ ਫ੍ਰੀਕੁਐਂਸੀ ਰਹਿੰਦੀ ਆਰਡਰਸ ਦੀ? ਉਹਨਾਂ ਦੇ ਟੈਂਡਰਾਂ ਮੁਤਾਬਕ ਹੈ, ਜਿਸ ਤਰ੍ਹਾਂ ਕਿ ਗਵਰਨਮੈਂਟ ਟੈਂਡਰ ਕੱਢਦੀ ਹੈ, ਉਹ ਡਾਇਰੈਕਟ ਤਾਂ ਸਾਨੂੰ ਦਿੰਦੀ ਨਹੀਂ। ਉੱਥੇ ਜਿਹੜੇ ਲੋਕਲ ਐਕਸਪੋਰਟਰ ਇੰਪੋਰਟਰ ਨੇ ਉਹਨਾਂ ਨੂੰ ਦਿੰਦੀ ਹੈ, ਉਹ ਫਿਰ ਅੱਗੇ ਸਾਨੂੰ ਦਿੰਦੇ ਨੇ। ਅਸੀਂ ਵੀ ਉਹਨਾਂ ਨੂੰ ਬਣਾ ਕੇ ਭੇਜਦੇ ਹਾਂ, ਅਸੀਂ ਉਹਨਾਂ ਨੂੰ ਸਪਲਾਈ ਕਰਦੇ ਹਾਂ, ਉਹ ਅੱਗੇ ਗਵਰਨਮੈਂਟ ਨੂੰ ਸਪਲਾਈ ਕਰਦੀ ਹੈ, ਆਪਣੀ ਗਵਰਨਮੈਂਟ ਨੂੰ। ਤੇ ਇਸ ਤਰ੍ਹਾਂ ਇਹ ਸਾਊਦੀ ਗਵਰਨਮੈਂਟ ਦਾ। ਇਹ ਕਿਸ ਚੀਜ਼ ਦਾ? ਸਾਊਦੀ ਅਰਬ ਗਵਰਨਮੈਂਟ ਦਾ? ਇਹ ਕਿਸ ਚੀਜ਼ ਦਾ ਉੱਥੇ, ਪੁਲਿਸ ਦਾ ਜਾਂ ਆਰਮੀ ਦਾ? ਅੱਛਾ, ਜਿਹੜੀ ਸਿਕਿਉਰਿਟੀ ਲੱਗਦੀ ਹੈ ਉਹਦੇ ਵਾਸਤੇ ਹੈ। ਜਿਹੜੇ ਉੱਥੇ ਦੇ ਬਾਦਸ਼ਾਹ ਨੇ, ਪ੍ਰਿੰਸ, ਕਰਾਊਨ ਪ੍ਰਿੰਸ ਨੇ, ਉਹਨਾਂ ਦੀ ਸਿਕਿਉਰਿਟੀ ਦੇ ਉੱਤੇ ਲੱਗਦਾ ਹੈ? ਹਾਂਜੀ ਹਾਂ, ਉਹਨਾਂ ਦਾ ਹੈ ਜੀ। ਆਹ ਮਲੇਸ਼ੀਅਨ ਪੁਲਿਸ ਦੇ? ਨਹੀਂ, ਇਹ ਲੋਕਲ ਆਪਣੇ ਇੰਡੀਅਨ ਉਹਦੇ ਟੇਬਲ ਫਲੈਗ ਨੇ, ਜਿਹੜੇ ਕਿ ਆਪਣੇ ਇੰਡੀਅਨ ਆਰਮੀ ਦੇ ਟੇਬਲ ਫਲੈਗ, ਇਹ ਨੈਸ਼ਨਲ ਸਿਕਿਉਰਿਟੀ ਗਾਰਡ ਦਾ ਸਭ ਇਸ ਰੇਂਜ ਹੈ। ਤੇ ਜਿਹੜੇ ਇਹ ਬਿਜ਼ਨਸ 'ਚ ਹੁਣ ਥੋੜ੍ਹਾ ਜਿਹਾ, ਕਿਉਂਕਿ ਕਰੋਨਾ ਰਿਹਾ, ਕਾਫੀ ਸਮੇਂ ਤੋਂ ਕਰੋਨਾ ਰਿਹਾ ਹੈਗਾ, ਤੇ ਉਹਦੇ ਕਰਕੇ ਥੋੜ੍ਹਾ ਜਿਹਾ ਮੰਦਾ ਵੀ ਆਇਆ ਬਿਜ਼ਨਸ 'ਚ? ਹਾਂਜੀ ਬਹੁਤ ਕੰਮ ਘਟਿਆ ਹੋਇਆ, ਕਿਉਂਕਿ ਸਾਡੇ ਨਾਲ ਹੀ ਤਾਂ ਸਾਰੀ ਦੁਨੀਆ ਨਾਲ ਹੀ ਚੱਲ ਰਿਹਾ, ਇਸ ਕਰਕੇ ਅਸੀਂ ਮਹਿਸੂਸ ਵੀ ਨਹੀਂ ਕਰ ਰਹੇ। ਅਗਰ ਇਕੱਲਾ ਸਾਡੇ ਨਾਲ ਘਟਿਆ ਹੋਵੇ ਫਿਰ ਅਸੀਂ ਜ਼ਿਆਦਾ ਮਹਿਸੂਸ ਕਰੀਏ ਨਾ, ਕਿਉਂਕਿ ਤਾਂ ਪੂਰੀ ਦੁਨੀਆ ਜੀ ਮੰਡੀ ਚੱਲ ਰਹੀ ਹੈ। ਇੰਪੋਰਟ ਜਾਂ ਐਕਸਪੋਰਟ ਤਾਂ ਬੰਦ ਰਿਹਾ ਕਾਫੀ ਟਾਈਮ ਤੋਂ। ਹੁਣ ਇੰਡੀਆ 'ਚ ਤਾਂ ਕਿਉਂਕਿ ਸੈਕਿੰਡ ਥਰਡ ਵੇਵ ਕਰਕੇ ਕਾਫੀ ਕੰਮ ਬੰਦ ਰਿਹਾ, ਹਾਲਾਤ ਖਰਾਬ ਰਹੇ ਨੇ, ਤੇ ਹੁਣ ਕੰਮ ਫਿਰ ਤੋਂ ਸ਼ੁਰੂ ਹੋ ਗਿਆ ਦੁਬਾਰਾ ਤੋਂ? ਹਾਂ ਗੱਲ ਚੱਲ ਰਹੀ ਹੈ, ਇਹ ਟੈਂਡਰਾਂ ਦੀ ਸ਼ੁਰੂ ਹੋ ਜਾਏਗਾ। ਕਿਉਂਕਿ ਇੱਕ ਹੋਰ ਹੋ ਗਿਆ ਨਾ ਵੀ, ਜਿਹੜਾ ਪਹਿਲਾਂ ਇਹਦਾ ਫਰੇਟ ਸੀਗਾ, 에ਅਰ ਫਰੇਟ ਸੀਗਾ, ਜਿਹੜੀ ਕਿ ਪਹਿਲਾਂ ਐਗਜ਼ਾਮਪਲ ਇੱਕ ਚੀਜ਼ ਤੇ ਸਾਡਾ 10 ਰੁਪਏ ਖਰਚਾ ਹੁੰਦਾ ਤਾ, ਹੁਣ ਇੱਕ ਚੀਜ਼ ਤੇ 30 ਰੁਪਏ ਖਰਚਾ ਹੋਣ ਲੱਗ ਗਿਆ। ਅੰਨੇ ਹਾਈ ਫਰੇਟ ਹੋ ਗਏ, ਉਸ ਕਰਕੇ ਰੇਟ ਥੋੜ੍ਹਾ ਜਿਹਾ ਦੇਖ ਕੇ ਦੇਣਾ ਪੈਂਦਾ ਹੈ। ਮਤਲਬ ਕਿ ਹੁਣ ਜਿਵੇਂ ਮਹਿੰਗੇ ਹੋ ਗਏ, ਸਾਰਾ ਕੰਮ ਕਰਨਾ ਮਹਿੰਗਾ ਹੋ ਗਿਆ? ਹਰ ਚੀਜ਼ ਐਕਸਪੈਂਸਿਸ ਹੋ ਗਈ। ਇੱਕ ਪਹਿਲਾਂ ਅਸੀਂ ਭੇਜਿਆ ਕੁਵੈਤ ਮਾਲ, ਉਹਦਾ ਫਰੇਟ ਅਸੀਂ 90,000 ਰੁਪਏ ਕੱਢਿਆ ਸੀਗਾ ਵੀ 90,000 ਰੁਪਏ ਜਾਊਗਾ। ਫਲੈਟਾਂ ਬੰਦ ਹੋਣ ਕਰਕੇ ਉਹਨੂੰ 3.5 ਲੱਖ ਰੁਪਏ ਖਾਲੀ ਫਰੇਟ ਦੇਣਾ ਪੈ ਗਿਆ, ਉਹ ਸਾਨੂੰ ਲੋਸ ਹੋ ਗਿਆ। ਫਰੇਟ ਕੀ ਹੁੰਦਾ ਹੈਗਾ? ਫਰੇਟ ਜੇ ਤੁਸੀਂ ਸਾਡੇ ਦਰਸ਼ਕਾਂ ਨੂੰ ਸਮਝਾ ਸਕੋ ਵੀ ਫਰੇਟ ਕੀ ਹੁੰਦਾ? ਫਰੇਟ ਜਿਹੜਾ ਕਾਰਗੋ ਥਰੂ ਭੇਜਦੇ ਹਾਂ ਅਸੀਂ, ਜਿਹੜਾ ਬਾਈ ਏਅਰ ਜਾਂਦਾ ਉਹਦਾ ਫਰੇਟ ਕਹਿੰਦੇ ਨੇ ਉਹਨੂੰ, ਬਾਈ ਏਅਰ। ਜਿਹੜਾ ਸਮਾਨ ਮਾਲ ਭੇਜਣ ਦਾ ਐਕਸਪੈਂਸ ਹੈ ਉਹਨੂੰ ਫਰੇਟ ਆਪਾਂ ਕਹਿ ਦਿੰਦੇ ਆ, ਤੇ ਉਹ ਹੁਣ 3 ਗੁਣਾ ਵੱਧ ਗਿਆ? 3 ਗੁਣਾ ਵੱਧ ਗਿਆ, ਹਾਂਜੀ ਹਾਂ 3 ਗੁਣਾ। ਜਿਹੜੀ ਪਹਿਲਾਂ ਸਮਝੋ ਐਗਜ਼ਾਮਪਲ 100 ਰੁਪਏ ਕਿਲੋ ਲੈਂਦੇ ਤੇ ਉਹ 에ਅਰਲਾਈਨਸ ਵਾਲੇ, ਉਹਨਾਂ ਨੇ 300 ਰੁਪਏ ਕਿਲੋ ਕਰਤਾ। ਤੇ ਜਿਹੜੇ ਇਹ ਹੈਗੀ, ਜਦੋਂ ਤੁਹਾਨੂੰ ਆਰਡਰ ਆਉਂਦਾ ਇਹਨਾਂ ਦੀ ਕੋਈ ਪਰਟੀਕੂਲਰ ਟਰਮਸ ਐਂਡ ਕੰਡੀਸ਼ਨ ਵੀ ਹੋਣਗੀਆਂ ਵੀ ਕਿਸ ਕੁਆਲਿਟੀ ਦਾ ਚਾਹੀਦਾ, ਕਿਹੜੀ ਕੁਆਲਿਟੀ ਦਾ ਹੁੰਦਾ ਹੈ, ਕਿਹੜੀ ਸਭ ਤੋਂ ਸੁਪੀਰੀਅਰ ਕੁਆਲਿਟੀ ਮੰਗਦੇ ਹੋ ਜਦੋਂ ਬਾਹਰਲੇ ਦੇਸ਼ਾਂ ਤੋਂ ਆਰਡਰ ਆਉਂਦਾ? ਜਿਵੇਂ ਤੁਸੀਂ ਦੱਸਿਆ ਵੀ ਸਾਊਦੀ ਅਰਬ ਦੇ ਜਿਹੜੇ ਪ੍ਰਿੰਸ ਆ ਉਹਦੀ ਸਿਕਿਉਰਿਟੀ 'ਚ ਲੱਗਦਾ, ਤਾਂ ਉਹ ਕਿਸ ਤਰ੍ਹਾਂ ਦੀ ਕੁਆਲਿਟੀ ਭਾਲਦੇ ਤੁਹਾਡੇ ਤੋਂ? ਉਹ ਜੀ ਆਪਣੀ ਉਹਨਾਂ ਨੇ ਸਾਰੀਆਂ ਡਾਇਮੈਂਸ਼ਨ ਤੋਂ ਲੈ ਕੇ ਕੁਆਲਿਟੀ, ਉਹਦੇ ਵਾਸਤੇ ਸਭ ਕੁਝ ਲਿਖਿਆ ਹੁੰਦਾ, ਉਹਦੇ ਮੁਤਾਬਕ ਅਕੋਰਡਿੰਗ ਅਸੀਂ ਚੱਲਦੇ ਹਾਂ ਵੀ ਜਿਸ ਤਰ੍ਹਾਂ ਉਹਨਾਂ ਦੀ ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਕੱਪੜਾ ਕੁਆਲਿਟੀ ਇਸ ਤਰ੍ਹਾਂ ਹੋਣੀ ਚਾਹੀਦੀ ਹੈ, ਫਾਸਟਨਰ ਕਲਰ ਇਸ ਤਰ੍ਹਾਂ ਹੋਣੇ ਚਾਹੀਦੇ ਨੇ, ਲੈਬ ਟੈਸਟ 'ਚ ਇਹ ਰਿਪੋਰਟ ਆਉਣੀ ਚਾਹੀਦੀ ਹੈ, ਉਹਦੇ ਅਕੋਰਡਿੰਗ ਅਸੀਂ ਬਣਾਉਂਦੇ ਹਾਂ। ਤੇ ਪਿੱਛੇ ਅਸੀਂ ਦਿਖਾਉਣਾ ਚਾਹਾਂਗੇ ਆਪਣੇ ਦਰਸ਼ਕਾਂ ਨੂੰ, ਤੁਹਾਡੇ ਉੱਤੇ ਕੈਪਸ ਵੀ ਪਈਆਂ ਨੇ, ਇਹ ਕਿਸ ਚੀਜ਼ ਦੀਆਂ ਨੇ, ਕਿਹਨਾਂ ਦੀਆਂ ਨੇ? ਇਹ ਜੀ ਇੰਡੀਅਨ ਨੇਵੀ ਦੀ ਹੈ, ਇਹ ਕੁਵੈਤ ਦੀ ਹੈ, ਇਹ ਕੋਰੀਆ ਦੀ ਹੈ, ਉਹ ਸ਼੍ਰੀਲੰਕਾ ਦੀ ਹੈ, ਬਾਕੀ ਇਹ ਟਰੋਫੀਆਂ ਨੇ, ਬਾਕੀ ਇਹ ਕਮਾਂਡੈਂਟ ਫਲੈਗ ਹੈ, ਬਾਕੀ ਪ੍ਰੋ ਲੱਗੇ ਨੂੰ ਮਲੇਸ਼ੀਆ ਦੀ ਹੈ ਸਾਹਮਣੇ, ਤੇ ਇਧਰ ਕੋਰੀਆ ਦੀ ਹੈ ਕੋਸਟ ਗਾਰਡ ਦੀ, ਉੱਪਰ ਫਲੈਗ ਲੱਗੇ ਨੇ ਸਾਰੇ ਇੰਡੀਅਨ 에ਅਰਫੋਰਸ ਦੇ ਫਲੈਗ ਨੇ। ਇਹ ਮਲੇਰਕੋਟਲੇ ਨੂੰ ਪ੍ਰੈਫਰੈਂਸ, ਜੇ ਮੈਂ ਕਹਾਂ ਵੀ ਤਵੱਜੋ ਕਿਉਂ ਦਿੱਤੀ ਜਾਂਦੀ ਹੈ ਇੱਥੇ ਕਾਰੋਬਾਰ? ਇਹ ਤਾਂ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਕਿ ਇੱਥੇ ਰॉ ਮਟੀਰੀਅਲ ਸਸਤਾ ਹੈ, ਕੀ ਕਾਰਨ ਹੈ? ਇੱਥੇ ਲੇਬਰ ਵੀ ਸਸਤੀ ਹੈ ਜੀ। ਇੱਕ ਤੁਸੀਂ ਆਲ ਇੰਡੀਆ ਜਿੰਨਾ ਆਰਟ ਵਰਕ ਹੋਏਗਾ, ਤੁਸੀਂ ਕਿਸੇ ਵੀ ਇੰਡੀਆ ਚਲੇ ਜਾਓ, ਉਹ ਸਾਰਾ ਮੁਸਲਿਮ ਕਮਿਊਨਿਟੀ ਦੇ ਹੱਥ ਦੇ ਵਿੱਚ ਹੈ। ਜੈਪੁਰ ਚਲੇ ਜਾਓ, ਜਿੱਥੇ ਮਰਜ਼ੀ ਚਲੇ ਜਾਓ, ਜਿੰਨਾ ਵੀ ਆਰਟ ਵਰਕ ਹੋਏਗਾ ਸਾਰਾ, ਕਿਉਂਕਿ ਉਸ ਟਾਈਮ ਇੱਥੇ ਮਲੇਰਕੋਟਲਾ ਜਿਹੜਾ ਮੁਸਲਿਮ ਕਮਿਊਨਿਟੀ ਜ਼ਿਆਦਾ ਹੈ, ਇਸ ਕਰਕੇ ਇੱਥੇ ਆਰਟ ਵਰਕ
ਦਾ ਜ਼ਿਆਦਾ ਹੈ। ਇੱਕ ਯੂਐਨਓ ਦਾ ਵੀ ਪਿਆ ਹੈਗਾ, ਯੂਐਨਓ ਦੇ ਵੀ ਇੱਥੇ ਬਣਦੇ ਆ। ਹਾਂਜੀ, ਇਹ ਯੂਐਨਓ ਦੇ ਵੀ, ਜਿਸ ਤਰ੍ਹਾਂ ਕਿ ਆਪਣੀ ਇੰਡੀਅਨ ਫੋਰਸਾਂ ਜਾਂਦੀਆਂ ਨੇ ਯੂਐਨਓ ਨਾਲ ਮੀਟਿੰਗ ਹੁੰਦੀ ਹੈ। ਇੱਕ ਆਪਣਾ ਇੰਡੀਆ ਦਾ ਫਲੈਗ, ਯੂਐਨਓ ਫਲੈਗ, ਉਹ ਦੋਨੇ ਲਾ ਕੇ ਕ੍ਰਾਸ ਫਲੈਗ ਤੇ ਬੈਠਦੇ ਨੇ। ਫਿਰ ਇੱਕ ਪਾਸੇ ਯੂਐਨਓ ਦੇ ਅਧਿਕਾਰੀ ਹੁੰਦੇ ਨੇ, ਇੱਕ ਪਾਸੇ ਇੰਡੀਆ ਦੇ ਅਧਿਕਾਰੀ, ਜੋ ਵੀ ਹੁੰਦਾ ਉਹਦੇ ਮੁਤਾਬਕ ਇਹ ਕਰਦੇ ਨੇ ਮੀਟਿੰਗ। ਟੇਬਲ ਫਲੈਗ ਹੈ। ਇੰਡੀਅਨ ਆਰਮੀ ਤੇ ਇੰਡੀਅਨ 에ਅਰ ਫੋਰਸ ਦੇ ਉਰੇ ਬਣਦੇ ਆ, ਹੈ ਨਾ, ਫਲੈਗਸ। ਜੇ ਦੇਖਿਓ ਇਹ ਬੈਜਿਸ ਸਾਰੇ ਇੰਡੀਅਨ 에ਅਰ ਫੋਰਸ ਦੇ ਨੇ। ਹਾਂਜੀ, ਇਹ ਸਾਰੇ ਇੰਡੀਅਨ 에ਅਰ ਫੋਰਸ ਦੇ ਬੈਜਿਸ ਨੇ। ਸਪੈਸ਼ਲਿਸਟ ਆਪਾਂ ਇੰਡੀਅਨ 에ਅਰ ਫੋਰਸ ਦਾ ਕਰਦੇ ਹਾਂ। ਹਾਂਜੀ, ਸਪੈਸ਼ਲਿਟੀ ਹੈਗੀ ਇੰਡੀਅਨ 에ਅਰ ਫੋਰਸ ਦੀ। ਜੀ ਜੀ, ਇੰਡੀਅਨ 에ਅਰ ਫੋਰਸ ਦੀ ਫੈਸਿਲਿਟੀ ਹੈ। ਆਲ ਇੰਡੀਆ 'ਚ ਆਪਣਾ ਹੀ ਜਾਂਦਾ ਹੈ ਸਾਰਾ। ਬਾਕੀ ਇੱਥੇ ਬਹੁਤ ਹੋਰ ਵੀ ਬੰਦੇ ਕਰਨ ਵਾਲੇ ਨੇ, ਲੇਕਿਨ ਆਪਣਾ ਸਪੈਸ਼ਲ 에ਅਰ ਫੋਰਸ ਹੈ, ਇੰਡੀਅਨ 에ਅਰ ਫੋਰਸ ਦਾ। ਮਲੇਰਕੋਟਲਾ 'ਚ ਕਾਰੀਗਰ ਜੋ ਕਿ ਭਾਰਤੀ ਸੈਨਾ ਦੇ, 에ਅਰ ਫੋਰਸ ਦੇ ਤੇ ਭਾਰਤੀ ਵਾਯੂ ਸੈਨਾ ਦੇ ਬੈਜਿਸ ਬਣਾਉਂਦੇ ਨੇ। ਉਹਨਾਂ ਤੋਂ ਜਾਣਦੇ ਆ ਵੀ ਕਿੰਨਾ ਚਿਰ ਲੱਗਦਾ ਹੈ, ਕਿੰਨੀ ਕਠਿਨਾਈ ਜਾਂ ਔਖਿਆਈ ਵਾਲਾ ਇਹ ਕੰਮ ਹੈ। ਪਹਿਲਾਂ ਤਾਂ ਕਾਰੀਗਰ ਸਾਹਿਬ, ਤੁਹਾਡਾ ਨਾਮ ਕੀ ਹੈ? ਮੁਹੰਮਦ ਸ਼ਫੀਕ। ਤੁਸੀਂ ਕਿੰਨਾ ਸਾਲਾਂ ਤੋਂ ਇਹ ਕੰਮ ਕਰ ਰਹੇ ਹੋ? ਮੈਨੂੰ 30 ਸਾਲ ਹੋ ਗਏ ਜੀ ਕੰਮ ਕਰਦਿਆਂ ਨੂੰ। ਇਹ ਤੇ ਤੁਸੀਂ ਤੁਹਾਡੇ ਤੋਂ ਹੀ ਕੰਮ ਦੀ ਸ਼ੁਰੂਆਤ ਹੈ? ਤੁਹਾਡੇ ਘਰੇ ਪਹਿਲਾਂ ਵੀ ਤੁਹਾਡੇ ਬਜ਼ੁਰਗ ਕਰਦੇ ਰਹੇ ਆ? ਮੇਰੇ ਬਜ਼ੁਰਗ ਉਹ ਜੁੱਤੀਆਂ ਦਾ ਕੰਮ ਕਰਦੇ ਸੀ ਪਹਿਲਾਂ। ਮੈਂ ਤਾਂ ਬਾਅਦ 'ਚ ਲਾਈਨ 'ਚ ਪਿਆ। 30 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ। ਇਹ ਤੁਸੀਂ ਇਹ ਕਾਰੀਗਰੀ ਕਰ ਰਹੇ ਹੋ, ਇਹ ਕਿਸ ਚੀਜ਼ ਦਾ ਡਿਜ਼ਾਈਨ ਬਣ ਰਿਹਾ ਜਾਂ ਕਿਸ ਚੀਜ਼ ਦਾ ਬੈਜ ਬਣ ਰਿਹਾ? ਇਹ 에ਅਰ ਫੋਰਸ ਦਾ ਡਿਜ਼ਾਈਨ ਹੈ ਜੀ। ਬੈਜ ਆਪਣੇ ਪਾਕਟ ਤੇ ਲੱਗਦਾ ਹੈ। ਬਰੀਕੀ ਵਾਲਾ ਕੰਮ ਹੈ ਇਹ। ਕਾਫੀ 3.5 ਘੰਟੇ ਲੱਗ ਜਾਂਦੇ ਨੇ ਬੈਜ ਨੂੰ ਇੱਕ ਨੂੰ। ਇੱਕ ਬੈਜ ਨੂੰ ਸੀਣ ਵਾਸਤੇ ਜਾਂ ਉਹਨੂੰ ਬਸ ਇੱਕ ਰੂਪ ਦੇਣ ਵਾਸਤੇ 3.5 ਘੰਟੇ 4 ਘੰਟੇ ਲੱਗ ਜਾਂਦੇ ਨੇ ਇੱਕ ਬੈਜ ਨੂੰ। ਤੇ ਇਹ ਇੱਕ ਤੇ ਕਿੰਨੇ ਬੈਜ ਬਣ ਰਹੇ ਇਸ ਸਮੇਂ? 7-8 ਪੀਸ ਆ ਜਾਂਦੇ ਨੇ, 10 ਪੀਸ ਵੀ ਆ ਜਾਂਦੇ ਨੇ ਇੱਕ ਅੱਡੇ ਤੇ। ਇਹਨੂੰ ਕੀ ਕਹਿੰਦੇ? ਅੱਡਾ ਜੀ। ਅੱਡਾ। ਹਾਂਜੀ, ਇਹਦੇ 7 ਪੀਸ ਆ ਜਾਂਦੇ। 7 ਜਾਂ 8 ਪੀਸ, 10 ਪੀਸ ਜਿੰਨੇ ਵੀ ਲੱਗ ਜਾਂਦੇ ਨੇ। 10 ਪੀਸਾਂ ਦੀ ਰੇਂਜ ਹੁੰਦੀ ਹੈ ਇਹਨਾਂ ਦੀ, 10 ਦੀ। ਤੇ ਤੁਸੀਂ ਹੋਰ ਕਿਹੜੇ ਬੈਜ ਬਣਾਏ? ਇੱਕ ਤਾਂ ਭਾਰਤੀ 에ਅਰ ਫੋਰਸ ਦਾ ਹੋ ਗਿਆ। ਹਾਂਜੀ, ਇੰਡੀਅਨ ਆਰਮੀ ਦੇ ਬਹੁਤ ਕੰਮ ਕੀਤੇ ਨੇ। ਇੰਡੀਅਨ ਦੇ ਇੰਜੀਨੀਅਰ ਹੋ ਗਿਆ, ਆਪਣੇ ਆਈਡੀਆ ਹੋ ਗਿਆ, ਆਪਣੇ ਆਰਟੀ ਹੋ ਗਿਆ, ਕਮੋ, ਕਈ ਪੰਜਾਬ ਦੇ ਕਈ ਬਣਾਏ ਨੇ ਮੈਨੇ ਬੈਜ। ਬਾਹਰਲੇ ਵੀ ਮੁਲਕ ਦੇ ਬਣਾਏ ਨੇ ਬੈਜ। ਕਾਫੀ ਦੇਰ ਤੋਂ ਮੈਂ ਕਰ ਰਿਹਾ ਕੰਮ ਇਹ। ਅੱਡਾ ਤਾਂ ਇਹ ਬਹੁਤ ਪੁਰਾਣਾ ਟ੍ਰੈਡੀਸ਼ਨਲ ਵੇ ਹੈਗਾ ਬਣਾਉਣ ਦਾ, ਹੈ ਨਾ, ਬੈਜਿਸ ਦਾ। ਤੇ ਇਹ ਜ਼ਿਆਦਾ ਵਧੀਆ ਕਿ ਆਧੁਨਿਕ ਜਿਹੜੀਆਂ ਨਵੀਆਂ ਐਡਵਾਂਸ ਟੈਕਨੋਲੋਜੀ ਆ ਗਈ ਉਹ ਵੀ ਯੂਜ਼ ਕਰਦੇ ਆਪਾਂ? ਨਾ, ਉਹ ਨਹੀਂ ਯੂਜ਼ ਗਿਆ। ਇਹ ਸਭ ਤੋਂ ਬਿਹਤਰੀਨ ਚੀਜ਼ ਹੈ ਅੱਡਾ। ਜਿਹੜਾ ਦੂਸਰਾ ਉਹ ਐ ਵੀ ਟੈਂਪਰੇਰੀ ਹੁੰਦਾ, ਟੁੱਟ ਵੀ ਜਾਂਦਾ, ਕੋਈ ਬੜੀ ਗੱਲ ਨਹੀਂ ਉਹਦੀ ਜ਼ਿਆਦਾਤਰ। ਇਹ ਮਜ਼ਬੂਤੀ ਹੈ ਇਹ 'ਚ, ਲੱਕੜੀ ਦੇ ਅੱਡੇ 'ਚ। ਮੈਂ ਦੇਖ ਰਿਹਾ ਅੰਦਰ ਮਸ਼ੀਨਾਂ ਵੀ ਹੈਗੀਆਂ ਨੇ। ਉਹ ਕਿਸ ਚੀਜ਼ ਵਾਸਤੇ ਯੂਜ਼ ਹੁੰਦੀ? ਕੰਪਿਊਟਰ ਮਸ਼ੀਨਾਂ ਨੇ ਜੀ। ਉਹ ਕੰਪਿਊਟਰ ਦਾ ਬੈਜ ਹੀ ਬਣਦਾ ਉਹ 'ਤੇ। ਹੱਥ ਰਿਵੋਲਵਰ ਨਹੀਂ ਉੱਚੇ ਹੋ ਸਕਦੀ। ਆਰਮੀ ਹੈ ਜਾਂ ਜਿਹੜਾ ਵਾਯੂ ਸੈਨਾ ਹੈ, 에ਅਰ ਫੋਰਸ ਹੈ, ਉਹ ਪ੍ਰੈਫਰ ਕਰਦੇ ਆ ਵੀ ਇਹ ਹੱਥ ਨਾਲ ਬਣਿਆ ਜਾਵੇ, ਕੰਪਿਊਟਰ ਵਾਲਾ ਉਹ ਪ੍ਰੈਫਰ ਨਹੀਂ ਕਰਦੇ। ਇਹਦਾ ਖਾਸ ਕਾਰਨ ਕੀ ਹੈ? ਖਾਸ ਕਾਰਨ ਇਹ ਹੈ ਵੀ ਇਹ 'ਚ ਜੋ ਫਿਨਿਸ਼ਿੰਗ ਆਉਂਦੀ ਹੈ ਉਹ 'ਚ ਨਹੀਂ ਆਉਂਦੀ ਹੱਥ ਉਹ 'ਚ। ਕੰਪਿਊਟਰ ਦੀ ਮਸ਼ੀਨਾਂ 'ਚ ਹੱਥ ਨਾਲ ਜੋ ਅਲੱਗ ਚੀਜ਼ ਹੁੰਦੀ ਹੈ, ਉਹਦਾ ਪਲੇਨ ਹੁੰਦਾ। ਇਹ ਥੋੜ੍ਹਾ ਜਿਹਾ ਗੁੰਦਮਾ ਜਿਹਾ ਹੁੰਦਾ ਪੀਸ, ਹੱਥ ਨਾਲ ਜਿਹੜਾ ਬਣਦਾ ਉਹਦਾ ਫਰਕ ਪੈ ਜਾਂਦਾ। ਤੁਸੀਂ ਪਹਿਲਾਂ ਕੋਈ ਯੂਨੀਵਰਸਿਟੀਆਂ ਦੇ ਵੀ ਬਣਾਏ ਆ? ਕਹਿੰਦੇ ਪਹਿਲਾਂ ਇੱਥੇ ਆਕਸਫੋਰਡ, ਕੈਂਬਰਿਜ ਯੂਨੀਵਰਸਿਟੀਆਂ ਦੇ ਵੀ ਬਣਦੇ ਹੁੰਦੇ ਸੀਗੇ। ਹਾਂਜੀ ਹਾਂ, ਪਹਿਲਾਂ ਬਹੁਤ ਬਣੇ ਨੇ ਯੂਨੀਵਰਸਿਟੀਆਂ ਦੇ ਪੌਕਟਾਂ ਆਪਣੇ ਜੇਬਾਂ ਦੇ ਨਾਲ ਕੋਟ 'ਤੇ ਲੱਗਦੀ ਹੈ। ਹਾਂ, ਕਲਰ ਬੈਜ ਵਗੈਰਾ ਉਹ ਬਣਦੇ ਰਹਿੰਦੇ ਨੇ। ਉਹ ਕਿਹੜੀ ਯੂਨੀਵਰਸਿਟੀਆਂ ਦੇ ਬਣਾਏ ਨੇ? ਕਾਫੀ ਬਣੇ ਨੇ, 9-3 ਪਤਾ ਨਹੀਂ ਉਹਨਾਂ ਦਾ ਵੀ। ਬਹੁਤ ਯੂਨੀਵਰਸਿਟੀਆਂ ਦੇ ਬਣੇ ਨੇ। ਇਸ ਟਾਈਮ ਅਸੀਂ ਮੌਜੂਦ ਹਾਂ ਵਰਕਸ਼ਾਪ 'ਚ, ਜਿੱਥੇ ਕਿ ਇੰਡੀਅਨ ਆਰਮੀ, ਇੰਡੀਅਨ 에ਅਰ ਫੋਰਸ ਦੇ ਬੈਜਿਸ ਬਣਦੇ ਨੇ, ਫਲੈਗ ਬਣਦੇ ਨੇ। ਸਾਡੇ ਨਾਲ ਮੌਜੂਦ ਨੇ ਇਸ ਟਾਈਮ ਆਸਮ। ਉਸ ਤੋਂ ਜਾਣਦੇ ਹਾਂ, ਆਸਮ ਇੱਕ ਨੌਜਵਾਨ ਆ, ਉਸ ਤੋਂ ਜਾਣਦੇ ਹਾਂ ਵੀ ਕਿਹੜੀਆਂ ਮਸ਼ੀਨਾਂ ਨੇ ਇਹ ਤੇ ਕੀ ਬਣ ਰਿਹਾ ਹੈਗਾ। ਆਸਮ, ਇਹ ਕਿਹੜੀ ਮਸ਼ੀਨ ਹੈ ਇਸ ਟਾਈਮ, ਇਸ 'ਤੇ ਕੀ ਬਣ ਰਿਹਾ? ਇਹ ਇਨਵੋਟਰੀ ਦੀਆਂ ਮਸ਼ੀਨਾਂ ਨਹੀਂ, ਜਿਵੇਂ ਕਿ ਟੇਬਲ ਫਲੈਗ ਬਣ ਰਹੇ ਨੇ। ਇਹ ਇੱਕ ਵਾਰੀ 3 ਫਲੈਗ ਬਣਾ ਰਹੀ ਆ, ਜਿਵੇਂ ਕਿ ਕਈ ਮਸ਼ੀਨਾਂ 6 ਬਣਾ ਰਹੀਆਂ ਨੇ। ਤੇ ਇਹ ਕਿਸ ਚੀਜ਼ ਦਾ, ਜੇ ਮੈਂ ਪੁੱਛਣਾ ਚਾਹਾਂ ਇਸ ਟਾਈਮ ਤੇ ਕੀ ਬਣ ਰਿਹਾ ਹੈਗਾ? ਇਹ ਨੀਲੇ ਰੰਗ ਤੋਂ ਲੱਗ ਰਿਹਾ ਵੀ ਇੰਡੀਅਨ 에ਅਰ ਫੋਰਸ ਦਾ ਹੈਗਾ, ਕਿਉਂਕਿ ਇੰਡੀਅਨ 에ਅਰ ਫੋਰਸ ਦਾ ਰੰਗ ਨੀਲਾ ਹੈਗਾ। ਤੇ ਕੀ ਬਣ ਰਿਹਾ ਹੈਗਾ? ਇਹ ਟੇਬਲ ਫਲੈਗ ਹੈ ਜੀ, ਬੜੇ ਆਫਿਸਾਂ 'ਚ ਲੱਗਿਆ ਹੁੰਦਾ ਸੀ। ਉਹ
ਬੀਨ ਕੁਮਾਰ ਜਿਹੜੇ ਵੱਡੇ ਵੱਡੇ ਅਫਸਰਾਂ ਦੇ ਟੇਬਲਾਂ ਤੇ ਲੱਗਿਆ ਹੁੰਦਾ ਇਹ ਉਹ ਟੇਬਲ ਫਲੈਗ ਬਣ ਰਹੇ ਹੈਗੇ ਆ। ਅੱਛਾ ਅੱਛਾ, ਜੇ ਆਸਿਮ ਜੀ ਆਪਾਂ ਹੁਣ ਇੱਧਰ ਵਾਲੇ ਪਾਸੇ ਆਈਏ ਤੇ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਆਹ ਕੀ ਚੀਜ਼ ਹੈਗੀ, ਆਹ ਕੀ ਬਣਿਆ ਹੋਇਆ ਹੈਗਾ? ਕਾਰ ਫਲੈਗ ਨਹੀਂ, ਕਾਰ ਫਲੈਗ। ਇਹ ਕਾਰ ਫਲੈਗ ਨੇ? ਹਾਂਜੀ। ਅੱਛਾ, ਤੇ ਇਹ ਜਿਹੜੇ ਵੱਡੇ ਵੱਡੇ ਅਫਸਰਾਂ ਦੀ ਗੱਡੀਆਂ ਤੇ ਕਾਰ ਫਲੈਗ ਇਹ ਬਣ ਰਹੇ ਆ, ਇਹ ਇੰਡੀਅਨ 에ਅਰ ਫੋਰਸ ਦੇ ਵੀ? ਹਾਂਜੀ, ਇੰਡੀਅਨ 에ਅਰ ਫੋਰਸ ਦੇ। ਤੇ ਇਸ ਮਸ਼ੀਨ ਤੇ ਕਿੰਨੇ ਫਲੈਗ ਬਣ ਜਾਂਦੇ ਇੱਕ ਵਾਰ 'ਚ? ਇੱਕ ਵਾਰੀ 6 ਫਲੈਗ ਬਣ ਜਾਂਦੇ ਆ ਜੀ। ਹਾਂਜੀ 6 ਬਣ ਜਾਂਦੇ ਆ ਜੀ। ਹਾਂਜੀ। ਤੇ ਕਿੰਨਾ ਕਿੰਨਾ ਕੁ ਚਿਰ ਲੱਗਦਾ ਹੈ ਫਲੈਗਾਂ ਨੂੰ ਬਣਨ 'ਚ? ਜੇ ਇੱਕ ਵਾਰ 'ਚ 6 ਲੱਗਦਾ ਹੈ, ਇੱਕ ਵਾਰ 'ਚ 6 ਬਣਾ ਦਿੰਦੀ ਹੈ ਇਹ? ਹਾਂਜੀ, ਇੱਕ ਵਾਰ 'ਚ 6 ਬਣਾ ਦਿੰਦੀ ਹੈ। ਸਮਾਂ ਜਿਵੇਂ ਕਿ ਅੱਧਾ ਪੌਣਾ ਘੰਟਾ ਲੱਗਦਾ ਇੱਕ ਫਲੈਗ ਨੂੰ। ਜਿਹੜੇ ਉੱਥੇ ਕਾਰੀਗਰ ਅੱਡੇ ਤੇ ਬੈਠੇ ਆ ਉਹਨਾਂ ਨੂੰ 3 ਘੰਟੇ ਲੱਗਦੇ ਇੱਕ ਬਣਾਉਣ ਵਾਸਤੇ? ਅੱਛਾ ਅੱਛਾ, ਉਹ ਬੈਜਿਸ ਹੁੰਦੇ ਆ ਜਿਹੜੇ ਮੋਢਿਆਂ ਤੇ ਲੱਗਦੇ? ਹਾਂ, ਉਹ ਇੱਕ ਬਣਾ ਦੇ ਜੀ, ਇਹ ਇੱਕ 6 ਬਣਾ ਦੇ ਨੇ ਜੀ ਇੱਕ ਵਾਰੀ 'ਚ। ਇਹ ਫਿਰ ਰਹੀ ਇਹਦਾ। ਠੀਕ ਹੈ, ਤੁਸੀਂ ਇੱਥੇ ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ? ਮੈਂ ਜੀ ਹੋ ਗਏ 3 ਕੁ ਸਾਲ ਹੋ ਗਏ ਜੀ। ਤੇ ਹੋਰ ਇੱਥੇ ਕੀ ਕੀ ਚੀਜ਼ਾਂ ਬਣਦੀਆਂ ਨੇ? ਤੇ ਫੋਰਮ ਦਾ ਸਮਾਨ ਵੀ ਬਣਦਾ ਜੀ, ਜਿਵੇਂ ਕਿ ਕੁਵੈਤ, ਮਲੇਸ਼ੀਆ, ਕਈ ਫੋਰਮ ਦਾ ਬਣਦਾ ਹੀ ਸਮਾਨ। ਅਸੀਂ ਹੁਣ ਗੱਲਬਾਤ ਕਰਦੇ ਹਾਂ ਤਾਹਿਰ ਜੀ ਦੇ ਬਾਊ ਜੀ ਨਾਲ, ਜਿਹੜੇ ਬੈਠੇ, ਜਿਹੜੇ ਇਸ ਬਿਜ਼ਨਸ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਇਹ ਸਾਰੇ ਬਿਜ਼ਨਸ ਦੀ, ਆ ਕਲਰਸ ਬਣਾਉਣ ਦੇ, ਯੂਨੀਫਾਰਮ ਐਕਸੈਸਰੀਜ਼ ਦੇ, ਇੰਡੀਅਨ ਆਰਮੀ ਦੇ, ਪਹਿਲਾਂ ਜਿਹੜੇ ਯੂਨੀਵਰਸਿਟੀਆਂ, ਇੰਟਰਨੈਸ਼ਨਲ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਦੇ ਬਣਾਉਂਦੇ ਰਹੇ ਆ। ਤਾਂ ਬਾਪੂ ਜੀ ਤੁਸੀਂ ਕਦੋਂ ਸ਼ੁਰੂਆਤ ਕੀਤੀ ਹੈ ਕੰਮ ਦੀ? ਕਿੰਨੇ ਸਾਲ ਹੋ ਗਏ ਕੰਮ ਤੁਹਾਨੂੰ? ਮੈਂ ਤਾਂ ਇਹ ਸਕੂਲ ਟਾਈਮ 'ਚ, ਇਸ ਵਕਤ ਮੇਰੀ ਉਮਰ 70 ਸਾਲ ਦੀ ਹੈ। ਮੈਂ ਸਕੂਲ ਟਾਈਮ 'ਚ ਇਹ ਕੰਮ ਸਿੱਖ ਗਿਆ था। ਸਿੱਖਣ ਦੇ ਬਾਅਦ ਫਿਰ ਮਤਲਬ ਖੁਦ ਕਰਦਾ ਰਿਹਾ, ਫਿਰ ਲੇਬਰ ਤੋਂ ਹੀ ਕਰਾਉਂਦਾ ਰਿਹਾ ਔਰ ਖੁਦ ਐਕਸਪੋਰਟ ਵੀ ਕਰਦਾ ਰਿਹਾ ਮੈਂ। ਸਕੂਲ ਟਾਈਮ ਦੀ ਗੱਲ ਕੀਤੀ, ਸਕੂਲ ਟਾਈਮ ਤਾਂ ਸਾਰੇ ਬੜੇ ਛੋਟੇ ਹੁੰਦੇ ਆ, ਉਸ ਟਾਈਮ ਇਹ ਕੰਮ ਕਰਨ ਦਾ ਕਿਵੇਂ ਖਿਆਲ ਆਇਆ? ਉਸ ਵਕਤ ਮੇਰੇ ਫਾਦਰ ਸਾਹਿਬ ਕਰਦੇ ਹੁੰਦੇ ਕੰਮ ਇਹ, ਤਾਂ ਉਹ ਉੱਥੋਂ ਸਕੂਲ 'ਚ ਆ ਕੇ ਮੈਂ ਉਹਨਾਂ ਕੋਲ ਬੈਠ ਕੇ ਕੰਮ ਕਰਾਉਂਦਾ। ਉਹਨਾਂ ਦੀ ਵੀ ਲੇਬਰ ਵਗੈਰਾ ਲਾਈ ਸੀ, ਤਾਂ ਉਹੀ ਲੇਬਰ ਫਿਰ ਮੇਰੇ ਨਾਲ ਵੀ ਚੱਲਦੀ ਰਹੀ ਹੈ ਬਹੁਤ ਦੇਰ। ਜਿਵੇਂ ਤੁਸੀਂ ਕਹਿ ਰਹੇ 70 ਸਾਲ ਤੁਹਾਡੀ ਉਮਰ ਹੋ ਗਈ ਹੈ, ਤਾਂ ਕਾਫੀ ਲੰਬਾ ਚਿਰ ਹੋਊਗਾ। ਉਸ ਦੌਰ 'ਚ ਕਿਹਦੇ ਆਰਡਰ ਤੁਹਾਡੇ ਕੋਲੇ ਆਉਂਦੇ ਹੁੰਦੇ ਸੀ? ਕਿਹਦਾ ਕੰਮ ਸ਼ੁਰੂਆਤੀ ਦੌਰ ਜੇ ਕਿਹਾ ਜਾਵੇ, ਜੋ ਤੁਸੀਂ ਸੁਰਤ ਸੰਭਾਲੀ ਤੇ ਕੰਮ ਸਿੱਖਣਾ ਸ਼ੁਰੂ ਕੀਤਾ, ਉਦੋਂ ਕਿਹੜੇ ਥਾਵਾਂ ਤੋਂ ਆਰਡਰ ਆਉਂਦੇ ਹੁੰਦੇ ਸੀ? मैंने उस वक्त मेरी फर्म थी मोहम्मद सदीक एंड सन्स, सन 1980 के दौर च। फिर 1982 विच मैंने IC कोड नंबर लता पहली बार। तो उस वक्त इंग्लैंड तो मतलब भी एक आर्डर आया सीगा स्कूल का, तो वो सप्लाई किया सी। उस वक्त बड़ी आसानियां थी, कोई दिक्कत नहीं थी। असी वो काम करते रहे उस वक्त भी मैं काफ़ी ਇੰਗਲੈਂਡ ਦੇ ਹੋਰ ਕਿੰਨੇ ਕੁ ਆਰਡਰ ਤੁਸੀਂ ਭੁਗਤਾਏ ਹੋਣਗੇ? ਇੱਕ ਤਾਂ ਸਕੂਲ ਹੋਇਆ, ਹੋਰ ਕਿੰਨਾ ਤੋਂ ਆਇਆ? तो दूसरे ਜਿਹੜੇ ਐਕਸਪੋਰਟਰ ਬੈਠੇਗੇ ਦਿੱਲੀ ਵਗੈਰਾ 'ਚ ਜਾਂ ਬੰਬਈ ਬੈਠੇਗੇ, ਉਹਨਾਂ ਕੋਲ ਆਰਡਰ ਆਉਂਦੇ ਰਹਿੰਦੇ ਆ। ਉਹਨਾਂ ਸਾਡੇ ਕੋਲ ਆਰਡਰ ਆਉਂਦੇ ਥੇ, ਅਸੀਂ ਬਣਾ ਦਿੱਤੇ ਉਹਨਾਂ ਨੂੰ ਡਾਇਰੈਕਟ ਇੱਕ ਮਤਲਬ ਸਕੂਲ ਨਹੀਂ। ਇੰਡੀਅਨ ਆਰਮੀ, 에ਅਰ ਫੋਰਸ ਜਾਂ ਤੁਸੀਂ ਲਾ ਲਓ ਬਾਹਰਲੀ ਜਿਹੜੀਆਂ ਯੂਨੀਫਾਰਮ ਵਾਲੇ ਹੈਗੇ ਆ ਅਦਾਰੇ, ਜਿਵੇਂ ਬਾਹਰਲੀ ਜਿਹੜੀ ਪੁਲਿਸ ਹੋ ਗਈ, ਆਰਮੀਜ਼ ਹੋ ਗਈਆਂ, ਮਰੀਨ ਹੋ ਗਈ, ਜਿਵੇਂ ਅਮਰੀਕਾ ਦਾ ਵੀ ਮਰੀਨ ਦਾ ਤੁਹਾਡਾ ਕੰਮ ਹੁੰਦਾ ਸੀਗਾ ਜਾਂ ਹੈਗਾ ਕਹਿ ਲਓ ਹਜੇ ਵੀ, ਉਹ ਕਦੋਂ ਤੋਂ ਆਉਣਾ ਸ਼ੁਰੂ ਹੋਇਆ? ਸਾਡੇ 90 ਦੌਰ ਦੇ ਬਾਅਦ ਤਕਰੀਬਨ ਮੈਂ ਕੁਵੈਤ ਦਾ ਆਰਡਰ ਸ਼ੁਰੂ ਕੀਤਾ ਹੈ। ਤਾਂ ਜਿਹੜਾ ਟੈਂਡਰ ਨਿਕਲਦਾ ਹੁੰਦਾ KNG ਦਾ, ਕੁਵੈਤ ਨੈਸ਼ਨਲ ਗਾਰਡ ਦਾ, ਤਾਂ ਤਕਰੀਬਨ ਮੈਨੇ 20 ਸਾਲ ਟੈਂਡਰ ਮੇਰੇ ਪਾਸ ਹੁੰਦਾ ਰਿਹਾ, ਜਦ ਕਿ ਉਹ ਚਾਈਨਾ ਵੀ, ਪਾਕਿਸਤਾਨ ਵੀ, ਹੋਰ ਕਈ ਮੁਲਕਾਂ 'ਚ ਜਾਂਦੇ ਸੀ ਉਹਦੇ ਟੈਂਡਰ, ਲੇਕਿਨ ਪਾਸ ਮੇਰੇ ਹੁੰਦੇ ਸੀ ਸੈਂਪਲ, ਔਰ ਆਰਡਰ ਵੀ ਮੈਨੂੰ ਮਿਲਦਾ ਤਾ ਉਹਨਾਂ ਦਾ। ਤਕਰੀਬਨ 20 ਸਾਲ ਜੀ। ਇਹਦਾ ਕਾਰਨ ਇਹੀ ਹੈ ਵੀ ਕਿਉਂਕਿ ਇੰਡੀਆ ਜਿਹੜੀ ਲਾਗਤ ਹੈ ਸਾਰੇ ਕਿਸੇ ਤੋਂ ਸਸਤੀ ਲਾਗਤ ਹੈ, ਕੀ ਕਾਰਨ ਹੈ ਇਹਦਾ? ਹਾਂ, ਇੱਥੇ ਆਪਣੇ ਪੰਜਾਬ 'ਚ ਤਕਰੀਬਨ ਦਿੱਲੀ ਨਾਲੋਂ ਵੀ ਹਰ ਜਗ੍ਹਾ ਨਾਲੋਂ ਸਸਤੀ ਹੈ, ਇਸ ਕਰਕੇ ਸਾਨੂੰ ਆਰਡਰ ਲੈਣ 'ਚ ਬੜੀ ਆਸਾਨੀ ਹੁੰਦੀ ਹੈ। ਕੁਵੈਤ ਤੋਂ ਬਾਅਦ ਫਿਰ ਕਿਹਦੇ ਆਰਡਰ ਲਿੱਤੇ ਤੁਸੀਂ? ਕੁਵੈਤ ਦੇ ਬਾਅਦ ਕਈ ਜਗ੍ਹਾ ਦਾ ਲੈ, ਹੁਣ ਮੇਰੇ ਧਿਆਨ 'ਚ ਨਹੀਂ ਆ ਰਿਹਾ ਵੀ ਕਿਹਦਾ ਕੰਮ ਕੀਤਾ। ਅਰਜਨਟੀਨਾ ਦਾ ਵੀ ਕੀਤਾ ਹੈਗਾ, ਹਾਂਗਕਾਂਗ ਦਾ ਵੀ ਕੀਤਾ ਹੈਗਾ, ਹੋਰ ਕਈ ਜਗ੍ਹਾ ਦਾ ਮਤਲਬ ਮੈंने ਕੰਮ ਕੀਤਾ ਸੀਗਾ। ਹੁਣ ਮਤਲਬ ਵੀ ਬਹੁਤ ਦੇਰ ਹੋ ਗਈ ਮੈਂ ਕੰਮ ਛੱਡਿਆ ਹੋਇਆ ਹੈ। ਹਾਂ ਜੀ। ਤਾਂ ਕਦੇ ਇਹ ਕੰਮ ਕਰਦੇ ਕਰਦੇ ਸਾਰੇ ਦੇਸ਼ 'ਚ ਘੁੰਮਣ ਦਾ ਮੌਕਾ ਵੀ ਮਿਲਿਆ? ਨਹੀਂ, ਮੈਂ ਤਾਂ ਇੱਥੇ ਬੈਠੀ ਆਰਡਰ ਲੈ ਲੈਂਦਾ ਸੀ, ਕਿਉਂਕਿ ਕੁਆਲਿਟੀ ਦੇ ਜ਼ੋਰ ਪਰ ਕੁਆਲਿਟੀ ਬਣਾ ਕੇ ਦਿੰਦਾ ਕੰਮ ਦੀ, ਸੈਂਪਲ ਬਣਾ ਕੇ ਦੇ ਦਿੱਤੇ ਕਿਸੇ ਨੂੰ ਵੀ, ਤਾਂ ਉਹ ਸੈਂਪਲ ਮੇਰੇ ਪਾਸ ਹੁੰਦੇ ਸੀ, ਕਿਉਂਕਿ ਮੈਂ ड्राइंग का मास्टर था, ड्राइंग ਮੈਨੂੰ ਆਉਂਦੀ थी। मैं उसी तरह जिस तरह सैंपलों था मैं ड्राइंग करता था, करके उन्होंने मतलब जब सैंपल बना के भेजता था तो मेरे ही पास होता था सैंपल।
ਹਾਂ ਤੁਹਾਡੇ ਤੋਂ ਇੱਥੋਂ ਡਰਾਇੰਗ ਮੰਗਵਾਉਂਦੇ ਹੁੰਦੇ ਸੀਗੇ ਵੀ ਤੁਸੀਂ ਡਰਾਇੰਗ ਬਣਾ ਕੇ ਦਿਓ। ਇਹ ਜਿਸ ਤਰ੍ਹਾਂ ਇਹ ਬੈਜ ਆ ਗਿਆ ਹੈਗਾ, ਇਹਦਾ ਮੈਂ ਟ੍ਰੇਸਿੰਗ ਮੈਂ ਇਹਨੂੰ ਕਰਦਾ ਥਾ ਪੈਨਸਲ ਨਾਲ, ਲੱਕੜੀ ਦੀ ਪੈਨਸਲ ਨਾਲ ਟ੍ਰੇਸਿੰਗ ਕਰਕੇ ਨਾ ਫਿਰ ਸੂਈ ਮਾਰਨੀ, ਖਾਕਾ ਬਣਾਉਣਾ, ਛਾਪਣਾ, ਛਾਪ ਕੇ ਬਣਾਉਣਾ, ਤਾਂ ਐਕੂਰੇਟ बनता था उस बात है। आजकल तो कंप्यूटर का दौर हैगा, सारे डिजाइन कंप्यूटर पर बनने लग गए हैं। मैं खुद भी कंप्यूटर पर बनाना डिजाइन सारे। हाँ जी। ਕੰਪਿਊਟਰਾਂ ਨੇ ਜਿਹੜੇ ਅਸਲੀ ਕਾਰੀਗਰ, ਜਿਵੇਂ ਤੁਸੀਂ ਸਾਰਾ ਹੱਥੀਂ ਕੰਮ ਕਰਦੇ ਹੁੰਦੇ ਸੀ, ਸਮਾਂ ਵੱਧ ਲੱਗਦਾ, ਜਿਵੇਂ ਪਹਿਲੇ ਥੱਲੇ ਵੀ ਅੱਡਾ ਦੇਖਿਆ ਹੈਗਾ, ਤੇ ਕਿੰਨੀ ਕੁ ਸੱਟ ਮਾਰੀ ਹੈ ਕਾਰੀਗਰੀ ਨੂੰ ਜੇ ਦੇਖਿਆ ਜਾਵੇ ਕਿ ਕੰਪਿਊਟਰ ਵਾਲਾ ਡਿਜ਼ਾਈਨ ਵਧੀਆ ਹੁੰਦਾ ਹੈ ਹੱਥਾਂ ਵਾਲੇ ਨਾਲੋਂ? ਨਹੀਂ, ਕੰਮ ਤਾਂ ਹੱਥ ਦੀ ਅੱਛਾ ਹੁੰਦਾ ਹੈ, ਲੇਕਿਨ ਇਹਦੀ ਜਿਹੜੀ ਡਿਮਾਂਡ ਹੁੰਦੀ ਹੈ ਟਾਈਮ ਘੱਟ ਹੁੰਦਾ ਹੈ, ਤਾਂ ਫਿਰ ਇੱਕ ਕੰਪਿਊਟਰ ਮਸ਼ੀਨਾਂ ਚਲੇ ਇਹਦੇ ਪਰ ਵੀ ਬਹੁਤ ਅੱਛੀ ਕੁਆਲਿਟੀ ਕੰਮ ਬਣਦੀ ਹੈਗੀ, ਤਾਂ ਇਹਦੇ ਪਰ ਜਲਦੀ ਆਰਡਰ ਨਿਕਲ ਕੇ ਚਲੇ ਜਾਂਦੇ ਹੈ, ਕਿਉਂਕਿ ਉਹਨੂੰ ਬਹੁਤ ਜਲਦੀ ਹੁੰਦੀ ਅੱਜ ਕੱਲ੍ਹ। ਜਿਵੇਂ ਬਾਹਰਲੇ ਇੰਟਰਨੈਸ਼ਨਲ ਆਰਡਰ ਤੁਸੀਂ ਐਕਸਪੋਰਟ ਕਰਦੇ ਹੋ, ਉਹਨਾਂ ਦੀ ਤਵੱਜੋ ਕਿਹਨੂੰ ਦਿੰਦੇ ਆ ਜ਼ਿਆਦਾ, ਹੱਥੀਂ ਕੰਮ ਨੂੰ ਜਾਂ ਕੰਪਿਊਟਰ ਵਾਲੇ? ਉਹ ਹੱਥ ਦੇ ਕੰਮ ਨੂੰ ਦਿੰਦੇ ਸਾਰੇ, ਕੰਪਿਊਟਰ ਦੇ ਕੰਮ ਨੂੰ। ਕੰਪਿਊਟਰ ਦਾ ਮਸ਼ੀਨਾਂ ਉਹਨਾਂ ਦੇ ਆਪਣੇ ਮੁਲਕ 'ਚ ਵੀ ਹੈਗੀਆਂ, ਲੇਕਿਨ ਜਿਸ ਤਰ੍ਹਾਂ ਇਹਦੀ ਪੈਡਿੰਗ ਕਰਦੇ ਆ, ਵਾਰ ਦਿੰਦੇ ਹਾਂ ਅਸੀਂ, ਸਭ ਕਰਦੇ ਆ, ਉਹ ਸਭ ਕੁਝ ਨਹੀਂ ਉਹਨਾਂ ਕੋਲ ਹੁੰਦਾ। ਤਾਂ ਕੰਮ ਆਪਣੇ ਇੰਡੀਆ 'ਚ ਹੀ ਬਣਦਾ ਇਹ ਤਕਰੀਬਨ। ਇਹ ਇੰਡੀਅਨ ਆਰਮੀ ਜਾਂ ਇੰਡੀਅਨ 에ਅਰ ਫੋਰਸ ਕੰਪਿਊਟਰਾਂ ਨੂੰ ਤਵੱਜੋ ਦਿੰਦੇ, ਤੇ ਬਾਹਰਲੇ ਬੰਦੇ ਜਿਹੜੇ ਉਹ ਹੱਥੀਂ ਕੰਮ ਨੂੰ। ਪਹਿਲਾਂ ਸਾਰਾ ਕੰਮ ਇੰਡੀਅਨ ਆਰਮੀ ਦਾ ਕੰਮ ਜਿਹੜਾ ਥਾ ਹੱਥ ਦਾ ਹੀ ਬਣਦਾ ਥਾ, ਉਹਦੇ ਬਾਅਦ ਮਸ਼ੀਨ ਪਰ ਬਣਨ ਲੱਗ ਗਿਆ, ਜਿਹੜੀ ਛੋਟੀ ਮਸ਼ੀਨ ਹੁੰਦੀ ਹੈ ਸਿਲਾਈ ਮਸ਼ੀਨ, ਉਸ ਤਰ੍ਹਾਂ ਦੀ ਤਾਂ ਐਮਬਰਾਇਡਰੀ ਮਸ਼ੀਨ ਆਉਂਦੀ ਹੈਗੀ, ਤਾਂ ਹੁਣ ਕੰਪਿਊਟਰ ਪਰ ਵੀ ਬਹੁਤ ਜ਼ਿਆਦਾ ਬਣਨ ਲੱਗ ਗਿਆ, ਕਿਉਂਕਿ ਟਾਈਮ ਬਿਲਕੁਲ ਉਹਨਾਂ ਲਿਮਿਟਡ ਹੁੰਦਾ ਹੈ, ਤਾਂ ਬਹੁਤ ਘੱਟ ਟਾਈਮ ਦਿੰਦੇ ਹੈਗੇ, ਤਾਂ ਫਿਰ ਇਹਦੇ ਪਰ ਬਣ ਕੇ ਚਲੇ ਜਾਂਦਾ, ਔਰ ਇਹ ਸਸਤਾ ਵੀ ਹੁੰਦਾ ਹੈ। ਸਾਡੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸੀਗੇ, ਜਿਵੇਂ ਤੁਸੀਂ ਦੇਖਿਆ ਵੀ ਇੱਕ ਮਲੇਰਕੋਟਲੇ ਸ਼ਹਿਰ 'ਚ ਕਿਵੇਂ ਸਾਰੀ ਦੁਨੀਆ ਦੇ ਯੂਨੀਫਾਰਮ ਕਹਿ ਲਓ, ਵੱਡੀਆਂ ਵੱਡੀਆਂ ਆਰਮੀ ਲੈ ਲਓ, ਪੁਲਿਸ ਲੈ ਲਓ, ਉਹਦੇ ਬੈਚਿਸ ਕਲਰ ਇੱਥੇ ਬਣਦੇ ਨੇ, ਅਤੇ ਖਾਸ ਕਰਕੇ ਤਵੱਜੋ ਇਸ ਕਰਕੇ ਦਿੱਤੀ ਜਾਂਦੀ ਹੈ ਕਿਉਂਕਿ ਸਾਰਾ ਕੰਮ ਹੱਥੀਂ ਹੈ। ਬਾਹਰਲੇ ਮੁਲਕ ਜਿੰਨੇ ਵੀ ਨੇ, ਜਿਹੜੇ ਵੀ ਆਰਡਰ ਮਲੇਰਕੋਟਲੇ ਪਲੇਸ ਕਰਦੇ ਆ, ਜਿਹੜਾ ਹੱਥੀਂ ਕੰਮ ਹੁੰਦਾ, ਹੱਥੀਂ ਕਾਰੀਗਰੀ, ਭਾਵੇਂ ਉਹਨੂੰ ਸਮਾਂ ਵੱਧ ਲੱਗਦਾ, ਪਰ ਉਹਨਾਂ ਦੀ ਪ੍ਰੈਫਰੈਂਸ ਉਹਨੂੰ ਹੀ ਜ਼ਿਆਦਾ ਦਿੱਤੀ ਜਾਂਦੀ ਹੈ। ਕੈਮਰਾਮੈਨ ਸ਼ਮਸ਼ੇਰ ਸਿੰਘ ਨਾਲ ਮੈਂ ਸ਼ੁਭਕਰਮਨ ਧਾਲੀਵਾਲ,